ਅੱਜ ਮੈਂ ਇਸ ਤਿਕੋਣ ਦੀ ਇਨਇਕੁਆਲਿਟੀ ਨੂੰ ਸਾਬਿਤ ਕਰਨ ਲਈ ਕੀ ਸੀਮਤ ਕਰਾਂਗਾ ਜਿਸ ਤੋਂ ਤੁਸੀਂ ਜਾਣੂ ਹੋ ਅਤੇ ਲੀਨੀਅਰ ਵੈਕਟਰ ਸਪੈਸ਼ ਭਾਸ਼ਾ ਅਤੇ ਕਾਚੀ ਸਕਵਰਜ਼ ਇਨਇਕੁਆਲਿਟੀ ਹੈ। ਇਸ ਲਈ ਇਸ ਭਾਸ਼ਾ ਵਿੱਚ ਕਾਚੀ ਸ਼ਕਵਰਜ਼ ਇਨਇਕੁਆਲਿਟੀ ਅਤੇ ਤਿਕੋਣ ਦੀ ਇਨਇਕੁਆਲਿਟੀ ਕੀ ਹੈ। ਇਸ ਲਈ ਜੇ ਤੁਸੀਂ ਸਾਈ ਪਲਸ ਫਾਈ ਦਾ ਇੱਕ ਮਾਪ ਲੈਂਦੇ ਹੋ ਤਾਂ ਤੁਸੀਂ ਇੱਕ ਤਿਕੋਣ ਲਿਖ ਸਕਦੇ ਹੋ। ਤੁਸੀਂ ਇੱਕ ਵੈਕਟਰ ਨੂੰ ਸਾਈ ਦੇ ਮਾਪ ਅਤੇ ਫਾਈ ਦੇ ਮਾਪ ਵਜੋਂ ਪੁਕਾਰ ਸਕਦੇ ਹੋ। ਇਹ ਇੱਕ ਤਿਕੋਣ ਦੀ ਇਸ ਭੁਜਾ ਦੀ ਲੈਂਥ ਹੈ। ਫਿਰ ਇਹ ਕੀ ਹੋਵੇਗਾ? ਜੇ ਇਹ ਇੱਕ ਸਾਈ ਵੈਕਟਰ r ਹੈ ਅਤੇ ਇਹ ਇੱਕ ਫਾਈ ਵੈਕਟਰ ਹੈ ਤਾਂ ਤੁਹਾਨੂੰ ਸਾਈ ਪਲਸ ਫਾਈ ਲੈਣ ਦੀ ਜ਼ਰੂਰਤ ਹੈ ਅਤੇ ਫਿਰ ਮਾਪ ਲਓ। ਹਾਂ, ਹਰ ਕੋਈ ਨੋਟੇਸ਼ਨ ਦਾ ਆਦੀ ਹੋ ਰਿਹਾ ਹੈ। ਜੇ ਮੈਂ ਇਹ ਵੈਕਟਰ b ਵੈਕਟਰ ਲਿਖਦਾ ਹਾਂ ਤਾਂ ਤੁਸੀਂ ਸਾਰੇ ਜਾਣੂ ਹੋਵੋਗੇ। ਜੇਕਰ ਮੰਨ ਲਓ ਕਿ ਮੈਂ ਇਸ ਨੂੰ a ਵੈਕਟਰ ਦੇ ਮੋਡ ਵਜੋਂ, ਇਸ ਨੂੰ b ਵੈਕਟਰ ਦੇ ਮੋਡ ਵਜੋਂ ਪੁਕਾਰਦਾ ਹਾਂ, ਤਾਂ ਮੈਂ ਇਸ ਨੂੰ c ਵੈਕਟਰ ਦੇ ਮੋਡ ਵਜੋਂ ਕਹਾਂਗਾ। r ਜੋ ਕੁਝ ਵੀ ਨਹੀਂ ਹੈ ਪਰ a ਪਲਸ b ਵੈਕਟਰ ਦਾ ਮੋਡ ਹੈ। ਤਿਕੋਣ ਇਨਇਕੁਆਲਿਟੀ ਕੀ ਹੈ? c ਦਾ ਮੋਡ ਮੋਡ a ਪਲਸ ਮੋਡ b ਤੋਂ ਘੱਟ ਜਾਂ ਬਰਾਬਰ ਹੋਣਾ ਚਾਹੀਦਾ ਹੈ। ਮੈਂ ਇਸ ਦੀ ਮੈਪਿੰਗ ਕਰ ਰਿਹਾ ਹਾਂ। ਜੋ ਵੀ ਮੈਂ ਇੱਥੇ ਲਿਖਿਆ ਹੈ, S ਕਿਸੇ ਵੀ ਡਾਇਮੈਂਸ਼ਨਲ ਵੈਕਟਰ ਸਪੈਸ਼ ਵਿੱਚ ਇੱਕ ਐਬਸਟਰੈਕਟ ਨੋਟੇਸ਼ਨ ਲਈ ਵੀ ਸੱਚ ਹੈ। ਗੁੰਝਲਦਾਰ ਜਾਂ ਰੀਅਲ ਵੈਕਟਰ ਸਪੈਸ਼ ਹੋ ਸਕਦਾ ਹੈ, ਅਸਲ ਵਿੱਚ ਕੋਈ ਮਾਇਨੇ ਨਹੀਂ ਰੱਖਦਾ। ਪਰ ਇਹ ਵਿਸ਼ੇਸ਼ਤਾ ਸੰਤੁਸ਼ਟ ਹੋਵੇਗੀ। ਵਿਸ਼ੇਸ਼ਤਾ ਕੀ ਹੈ? ਜੇਕਰ ਮੈਂ ਸਾਈ ਪਲਸ ਫਾਈ ਲੈਂਦਾ ਹਾਂ ਅਤੇ ਫਿਰ ਇਸ ਦਾ ਮਾਪ ਲੈਂਦਾ ਹਾਂ, ਜੋ ਇਸ ਦੀ ਸਟੇਟ ਦੇ ਸਾਈ ਮਾਪ ਪਲਸ ਇਸ ਦੀ ਸਟੇਟ ਦੇ ਫਾਈ ਮਾਪ ਤੋਂ ਘੱਟ ਜਾਂ ਬਰਾਬਰ ਹੋਣਾ ਚਾਹੀਦਾ ਹੈ। ਇਹ ਕੀ ਹੈ? ਅਸੀਂ ਇਸ ਨੂੰ ਤਿਕੋਣ ਦੀ ਇਨਇਕੁਆਲਿਟੀ ਕਹਿੰਦੇ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕੋਸ਼ਿਸ਼ ਕਰੋ ਅਤੇ ਇਹ ਸਾਬਿਤ ਕਰੋ ਤੁਸੀਂ ਜਾਣਦੇ ਹੋ ਕਿ ਇਹ ਕਿਵੇਂ ਲਿਖਣਾ ਹੈ। ਅੰਦਰੂਨੀ ਪ੍ਰੋਡਕਟ ਵਜੋਂ ਮਾਪ ਅਤੇ ਤੁਹਾਨੂੰ ਉਸ ਵਿਸ਼ੇਸ਼ਤਾ ਦੀ ਵਰਤੋਂ ਕਰਨੀ ਪਵੇਗੀ ਜੋ ਸਾਈ ਫਾਈ ਫਾਈ ਸਾਈ ਸਟਾਰ ਹੈ। ਸਾਡੇ ਕੋਲ ਇਹ ਵਿਸ਼ੇਸ਼ਤਾਵਾਂ ਹਨ ਕਿ ਸਾਈ ਫਾਈ ਫਾਈ ਸਾਈ ਸਟਾਰ ਹੈ। ਫਿਰ ਤੁਹਾਨੂੰ ਇਹ ਸਾਬਿਤ ਕਰਨ ਦੀ ਲੋੜ ਹੈ। ਇਸ ਸਬੂਤ ਬਾਰੇ ਕਿਸੇ ਪੁਆਇੰਟ ਤੇ ਜਾਂ ਤਾਂ ਟਿਊਟੋਰੀਅਲ ਜਾਂ ਸੈਸ਼ਨ ਵਿੱਚ ਵਿਚਾਰ ਵਟਾਂਦਰਾ ਕਰੋ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਸਿੱਧੇ ਬ੍ਰੈਕਟ ਨੋਟੇਸ਼ਨ ਦੀ ਆਦਤ ਪਾ ਲਈਏ ਅਤੇ ਤਿਕੋਣ ਇਨਇਕੁਆਲਿਟੀ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੀਏ, ਅਗਲਾ a ਡਾਟ b ਹੈ। S ਪਹਿਲਾਂ ਤੁਸੀਂ ਇਸ ਨੂੰ ਇੱਕ ਮਾਪ b ਕੋਸ ਥੀਟਾ ਮਾਪ ਵਜੋਂ ਲਿਖਿਆ ਹੋਵੇਗਾ। ਇਸ ਲਈ a ਡਾਟ b ਆਮ ਤੌਰ ਤੇ ਮੈਗਨੀਟਿਊਡ ਤੋਂ ਘੱਟ ਹੁੰਦਾ ਹੈ। ਕੋਸ ਥੀਟਾ ਕਾਰਨ a ਅਤੇ b ਦੇ ਮਾਪ ਤੋਂ ਘੱਟ ਹੋਵੇਗਾ। ਕੋਸ ਥੀਟਾ ਦਾ ਮੁੱਲ ਕੀ ਹੈ? ਇਹ ਰੇਂਜ -1 ਤੋਂ +1 ਤੱਕ ਹੈ। ਇਸ ਲਈ ਜੇਕਰ ਤੁਸੀਂ ਪੋਜ਼ਿਟਿਵ ਮੈਗਨੀਟਿਊਡ ਲੈਂਦੇ ਹੋ ਤਾਂ ਖੱਬੇ ਪਾਸੇ ਇਸ ਤੋਂ ਘੱਟ ਜਾਂ ਬਰਾਬਰ ਹੋਣਾ ਚਾਹੀਦਾ ਹੈ। ਅੰਦਰੂਨੀ ਪ੍ਰੋਡਕਟ ਲਈ ਵੀ ਇਹੀ ਗੱਲ ਹੈ। ਸਾਨੂੰ ਇੱਕ ਐਬਸਟਰੈਕਟ ਵੈਕਟਰ ਲਈ ਇੱਕ ਅੰਦਰੂਨੀ ਪ੍ਰੋਡਕਟ ਦੁਆਰਾ ਡਾਟ ਪ੍ਰੋਡਕਟ ਨੂੰ ਬਦਲਣ ਦੀ ਲੋੜ ਹੁੰਦੀ ਹੈ ਜੋ ਇੱਕ ਕੁਆਂਟਮ ਮਕੈਨੀਕਲ ਸਿਸਟਮ ਲੱਭਦਾ ਹੈ ਅਤੇ ਇਸ ਵਿਸ਼ੇਸ਼ਤਾ ਨੂੰ ਸਾਬਿਤ ਕਰਦਾ ਹੈ। ਮੈਂ ਇਸ ਨੂੰ ਕਿਵੇਂ ਲਿਖਾਂ? ਮੈਂ ਇਹ ਲਿਖ ਸਕਦਾ ਹਾਂ ਕਿ a ਡਾਟ b ਹੈ। ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖਿਆ ਹੋਵੇਗਾ, ਪਰ ਫਿਰ ਤੁਸੀਂ ਮੋਡ ਦਾ ਸਕੁਏਅਰ ਲਓਗੇ
ਜੋ ਕਿ ਇੰਟਰਚੇਂਜ ਦੇ ਅਧੀਨ ਅਚਲ ਹੈ। ਫਾਈ ਸਾਈ ਅੰਦਰੂਨੀ ਪ੍ਰੋਡਕਟ ਸਾਈ ਫਾਈ ਸਟਾਰ ਹੈ, ਪਰ ਸਾਈ ਫਾਈ ਦਾ ਮੋਡ ਸਕੁਏਅਰ ਇੱਕੋ ਜਿਹਾ ਹੈ ਅਤੇ ਇਹ ਫਾਈ ਫਾਈ ਤੋਂ ਘੱਟ ਜਾਂ ਬਰਾਬਰ ਹੋਵੇਗਾ। ਜੋ ਇਸ ਦਾ ਮੋਡ ਸਕੁਏਅਰ ਹੈ। ਇਸ ਲਈ ਮੈਂ ਸਿਰਫ ਦੋਵੇਂ ਪਾਸੇ ਸਕੁਏਅਰ ਕਰ ਰਿਹਾ ਹਾਂ। ਹੋਰ ਕੀ ਕਰ ਰਿਹਾ ਹੈ? ਕੀ ਇਹ ਸਹੀ ਸਾਈ ਸਾਈ ਨਹੀਂ ਹੈ? ਹੋ ਸਕਦਾ ਹੈ ਕਿ ਮੈਨੂੰ ਇਸ ਨੂੰ ਦੁਬਾਰਾ ਲਿਖਣ ਦਿਓ। ਇਹ ਫਾਈ ਫਾਈ ਟਾਈਮਸ ਸਾਈ ਸਾਈ ਹੈ। ਇਸ ਲਈ ਇਹ ਕਾਚੀਸ਼ਕਵਰਜ਼ ਇਨਇਕੁਆਲਿਟੀ ਹੈ। ਇਹ ਕਦੋਂ ਬਰਾਬਰ ਹੋ ਜਾਵੇਗਾ? ਜੇਕਰ ਸਾਈ ਟਾਈਮ ਆਈ ਵਿੱਚ ਟਾਈਮਸ ਫਾਈ ਹੈ, ਫਿਰ ਬਰਾਬਰੀ ਹੋ ਜਾਂਦੀ ਹੈ। ਇਹ ਕੰਡੀਸ਼ਨ ਕੀ ਹੈ? ਜੇਕਰ ਸਾਈ ਸਾਈ ਦਾ ਕੁਝ ਲੀਨੀਅਰ ਮਲਟੀਪਲ ਹੈ ਤਾਂ ਸਾਈ ਅਤੇ ਫਾਈ ਰੇਖਿਕ ਤੌਰ ਤੇ ਡਿਪੈਂਡੈਂਟ ਹਨ, ਜਾਂ ਤੁਹਾਡੇ ਵੈਕਟਰਾਂ ਦੀ ਭਾਸ਼ਾ ਵਿੱਚ ਉਹ ਸਾਰੇ ਰੇਖੀ ਹੋਣਗੇ। ਉਹ ਸਾਰੇ ਇੱਕੋ ਲਾਈਨ ਵਿੱਚ ਹੋਣਗੇ, ਜਾਂ ਤੁਹਾਨੂੰ ਕਿਸੇ ਵੱਖਰੇ ਦੀ ਲੋੜ ਨਹੀਂ ਹੈ। ਇਹ ਇੱਕੋ ਹੈ, ਇਹ ਰੇਖਿਕ ਡਿਪੈਂਡੈਂਟ ਹੈ। ਅਜਿਹੀ ਰੇਖਿਕ ਡਿਪੈਂਡੈਂਟ ਸਥਿਤੀ ਲਈ ਇਨਇਕੁਆਲਿਟੀ ਕਾਇਮ ਰਹੇਗੀ ਅਤੇ ਜਨਰਲ ਇਨਇਕੁਆਲਿਟੀ ਸੰਤੁਸ਼ਟ ਹੋ ਜਾਵੇਗੀ। ਇਸ ਲਈ ਇਸ ਨੂੰ ਕਾਚੀ-ਸਕਵਾਰਜ਼ ਕਹਿੰਦੇ ਹਨ। ਇਸ ਲਈ ਸਿਧਾਂਤਕ ਤੌਰ ਤੇ ਤੁਸੀਂ ਜਾਣਦੇ ਹੋ ਕਿ ਇਹ ਕਿਵੇਂ ਸਾਬਿਤ ਕਰਨਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਸੇ ਚੀਜ਼ ਨੂੰ ਦੁਬਾਰਾ ਕਰੋ। ਬ੍ਰੈਕਟ ਦੀ ਇਸ ਭਾਸ਼ਾ ਨੋਟੇਸ਼ਨ ਦੇ ਸੰਦਰਭ ਵਿੱਚ ਅਤੇ ਵਿਸ਼ੇਸ਼ਤਾਵਾਂ ਦੇ ਸਮੂਹ ਦੇ ਨਾਲ ਜੋ ਇੱਕ ਅੰਦਰੂਨੀ ਪ੍ਰੋਡਕਟ ਸੰਤੁਸ਼ਟ ਕਰਦਾ ਹੈ, ਅਤੇ ਤੁਹਾਨੂੰ ਇਸ ਬਾਰੇ ਕੁਝ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਮੈਂ ਅਗਲੇ ਲੈਕਚਰਾਂ ਤੋਂ ਇਸ ਨੋਟੇਸ਼ਨ ਦੀ ਪਾਲਣਾ ਕਰਾਂਗਾ। ਅਤੇ ਇਸ ਤਰ੍ਹਾਂ ਜੇਕਰ ਤੁਸੀਂ ਇਸ ਨੋਟੇਸ਼ਨ ਨੂੰ ਨਹੀਂ ਜਾਣਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਗੁਆਚ ਜਾਵੋਗੇ। ਕਿਰਪਾ ਕਰਕੇ ਇਹ ਲਿਖਣ ਲਈ ਆਪਣੇ ਹੱਥ ਚਲਾਓ ਕਿ ਇਹ ਨੋਟੇਸ਼ਨ ਕੀ ਹਨ। ਉਦਾਹਰਨ ਲਈ, ਮੰਨ ਲਓ ਕਿ ਮੈਂ ਤੁਹਾਨੂੰ ਇੱਕ ਵੈਕਟਰ ਦਿੰਦਾ ਹਾਂ। ਮੰਨ ਲਓ ਕਿ ਮੈਂ ਤੁਹਾਨੂੰ ਇੱਕ ਸਥਿਤੀ ਦਿੰਦਾ ਹਾਂ। ਆਓ ਅਲਫਾ ਨੂੰ 1 ਟਾਈਮ 1 ਪਲਸ ਆਈ ਟਾਈਮਸ 2 ਕਹਿੰਦੇ ਹਾਂ ਅਤੇ ਮੈਂ ਇਹ ਵੀ ਕਹਿੰਦਾ ਹਾਂ ਕਿ 1 ਨਾਲ 1 ਅਤੇ 2 ਨਾਲ 2 ਉਸਦੀ ਸਿਰਫ ਇੱਕ ਨੋਟੇਸ਼ਨ ਹੈ। ਤੁਸੀਂ ਯੂਨਾਨੀ ਅੱਖਰਾਂ ਜਾਂ ਕਿਸੇ ਵੀ ਸਵੈਇੱਛਾ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਇਹ 1 ਹੈ। ਮੈਂ 1 ਦਿੰਦਾ ਹਾਂ 2 ਦੇ ਨਾਲ 0 ਹੈ। ਅਲਫਾ ਵੈਕਟਰ ਦਾ ਡਿਊਲ ਵੈਕਟਰ ਕੀ ਹੈ? ਇਸ ਲਈ ਅਲਫਾ ਇਹ ਕੀ ਹੈ? ਇਸ ਲਈ ਤੁਸੀਂ ਇਸ ਨੂੰ ਕੋਐਫੀਸ਼ੀਐਂਟ 1 ਦੇ ਨਾਲ 1 ਅਤੇ ਫਿਰ ਕੋਐਫੀਸ਼ੀਐਂਟ i ਸਟਾਰ ਦੇ ਨਾਲ 2 ਵਜੋਂ ਲਿਖ ਸਕਦੇ ਹੋ, ਜੋ ਕਿ -i ਹੈ। ਇਸ ਲਈ ਜਦੋਂ ਅਸੀਂ ਅਲਫਾ ਦੇ ਅੰਦਰੂਨੀ ਪ੍ਰੋਡਕਟ ਨੂੰ ਅਲਫਾ ਨਾਲ ਲੈਣਾ ਚਾਹੁੰਦੇ ਹਾਂ, ਤਾਂ ਤੁਹਾਨੂੰ ਪਹਿਲਾਂ ਗੁਣਾਂਕਾਂ ਨੂੰ ਮਿਸ਼ਰਿਤ ਗੁਣਾਂਕਾਂ ਵਿੱਚ ਬਦਲਣਾ ਪਵੇਗਾ ਅਤੇ ਫਿਰ ਅਸੀਂ ਡਿਊਲ ਵੈਕਟਰਾਂ ਨੂੰ ਪਤਾ ਕਰਨ ਲਈ ਅੱਗੇ ਵਧ ਸਕਦੇ ਹਾਂ। ਇਸ ਲਈ ਇਹ ਮੇਰੇ ਲਈ ਇਸ ਗੱਲ ਦੀ ਕੰਡੀਸ਼ਨ ਵੀ ਲਿਆਉਂਦਾ ਹੈ ਕਿ ਵੈਕਟਰ ਸਪੇਸ ਦਾ ਲੀਨੀਅਰ ਇੰਡੀਪੈਂਡੈਂਸ ਅਤੇ ਸਪੈਨ ਕੀ ਹੈ। ਹਾਲਾਂਕਿ ਮੈਂ ਇਸ ਟਰਮਜ਼ ਵਿੱਚ ਇਸ ਨੂੰ ਇੱਥੇ ਕੁਝ ਆਰਬਿਟਰੀ ਵੈਕਟਰਾਂ ਲਈ ਦਿੱਤਾ ਹੈ। ਇਸ ਵੈਕਟਰ ਤੋਂ ਸਪੈਨ ਕੀ ਦਿਖਾਈ ਦਿੰਦਾ ਹੈ? ਇਸ ਅਲਫਾ ਨੂੰ ਪਰਿਭਾਸ਼ਿਤ
ਕਰਨ ਲਈ ਦੋ ਵੈਕਟਰ ਲੋੜੀਂਦੇ ਹਨ। ਇਸ ਲਈ ਸਪੈਨ ਸੈੱਟ ਵਿੱਚ ਯਕੀਨੀ ਤੌਰ ਤੇ ਕੇਟ 1 ਅਤੇ ਕੇਟ 2 ਸ਼ਾਮਿਲ ਹੋਣੇ ਚਾਹੀਦੇ ਹਨ, ਪਰ ਇੱਕ ਆਰਬਿਟਰੀ ਬੀਟਾ ਜੇਕਰ ਮੈਂ ਲਿਖਣਾ ਚਾਹੁੰਦਾ ਹਾਂ। ਜੇਕਰ ਇਹ ਅਜੇ ਵੀ ਕਿਸੇ ਵੀ ਆਰਬਿਟਰੀ ਵੈਕਟਰ ਲਈ 1 ਅਤੇ 2 ਨੂੰ ਸ਼ਾਮਿਲ ਕਰਦਾ ਹੈ, ਤਾਂ ਕੁਝ A ਟਾਈਮਜ਼ 1 ਪਲਸ B ਟਾਈਮਜ਼ 2 ਹੋਵੇਗਾ। ਇਸ ਕਿਸਮ ਦੀ F ਮੈਨੂੰ ਦੱਸਦੀ ਹੈ ਕਿ ਅਲਫਾ ਅਤੇ ਬੀਟਾ। ਅਲਫਾ ਕੁਝ ਖਾਸ ਸਥਿਤੀ ਹੈ, ਬੀਟਾ ਕੁਝ ਆਰਬਿਟਰੀ ਸਥਿਤੀ ਹੈ। ਕੋਈ ਵੀ ਆਰਬਿਟਰੀ ਸਥਿਤੀ ਮੈਂ ਇਸਨੂੰ 1 ਅਤੇ 2 ਦੀਆਂ ਟਰਮਜ਼ ਵਿੱਚ ਲਿਖਣ ਦੇ ਯੋਗ ਹਾਂ। ਸਪੈਸ਼ ਦੀ ਸਪੈਨਿੰਗ ਤੇ ਲੀਨੀਅਰ ਇੰਡੀਪੈਂਡੈਂਸ। ਕਿਉਂਕਿ ਕੋਈ ਵੀ ਆਰਬਿਟਰੀ ਬੀਟਾ 1 ਅਤੇ 2 ਦੀਆਂ ਟਰਮਜ਼ ਵਿੱਚ ਹੁੰਦਾ ਹੈ, ਇਹ ਸਪੈਸ਼ ਨੂੰ ਫੈਲਾਉਂਦਾ ਹੈ। ਅਤੇ ਅਸੀਂ ਇੱਕ ਕੰਡੀਸ਼ਨ ਵੀ ਲਿਖੀ ਹੈ ਕਿ 1 ਅਤੇ 1, 2 ਅਤੇ 2 ਆਈਡੈਂਟਿਟੀ ਹੈ ਅਤੇ ਇਹ 1 ਅਤੇ 2 ਇਹ 1 ਹੈ ਅਤੇ ਇਹ 0 ਹੈ, ਆਈਡੈਂਟਿਟੀ ਨਹੀਂ। ਇਹ ਇੱਕ ਸਕੇਲਰ ਹੈ, ਇਹ 1 ਹੈ। ਤਾਂ ਇਹ ਕੀ ਹੈ? ਇਹ ਕੰਡੀਸ਼ਨ ਕੀ ਹੈ? ਇਹ ਇੱਕ ਬੇਸਿਸ ਸੈੱਟ ਹੈ ਅਤੇ ਦੋ ਰੂਪਾਂ ਦਾ ਬੇਸਿਸ ਸੈੱਟ ਹੈ। 1 ਅਤੇ 2 ਰੂਪਾਂ ਦਾ ਬੇਸਿਸ ਸੈੱਟ ਹੈ ਅਤੇ ਉਹ ਰੇਖਿਕ ਤੌਰ ਤੇ ਇੰਡੀਪੈਂਡੈਂਟ ਹਨ। ਅਸਲ ਵਿੱਚ ਔਰਥੋਗੋਨਲ ਵੀ ਔਰਥੋਨੋਰਮਲ ਹੈ। ਇਹ ਡਾਟ ਪ੍ਰੋਡਕਟ 1 ਹੈ। ਇਹਨਾਂ ਦੋ ਬੇਸਿਸ ਦਾ ਡਾਟ ਪ੍ਰੋਡਕਟ 0 ਹੈ, ਜੋ ਕਿ ਤੁਹਾਡਾ ਔਰਥੋਨੋਰਮਲ ਬੇਸਿਸ ਹੈ। ਅਤੇ ਕਿਉਂਕਿ ਇਹ ਫੈਲਦਾ ਹੈ, ਕਿਸੇ ਵੀ ਆਰਬਿਟਰੀ ਸਟੇਟ ਨੂੰ ਇਹਨਾਂ ਦੋ ਸਟੇਟਸ ਦੀ ਵਰਤੋਂ ਕਰਕੇ ਫੈਲਾਇਆ ਜਾ ਸਕਦਾ ਹੈ। ਅਤੇ ਇਹ ਇਸ ਵਿਸ਼ੇਸ਼ਤਾ ਲੀਨੀਅਰ ਇੰਡੀਪੈਂਡੈਂਸ ਨੂੰ ਸੰਤੁਸ਼ਟ ਕਰ ਰਿਹਾ ਹੈ ਅਤੇ ਸਪੈਸ਼ ਨੂੰ ਫੈਲਾ ਰਿਹਾ ਹੈ। ਇਸ ਲਈ ਇਹ 1 ਅਤੇ 2 ਬੇਸਿਸ ਸੈੱਟ ਬਣਾਉਂਦੇ ਹਨ। ਇਸ ਲਈ ਵੈਕਟਰ ਸਪੈਸ਼ ਦਾ ਅਯਾਮਤਾ ਕੀ ਹੈ? ਵੈਕਟਰ ਸਪੈਸ਼ ਦੀ ਦੋ ਅਯਾਮਤਾ ਬੇਸਿਸ ਸੈੱਟ ਵਿੱਚ ਸਟੇਟਸ ਦੀ ਸੰਖਿਆ ਹੈ। ਇਹ ਤੁਹਾਡੇ ਲਈ ਦੋ ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੈਸ਼ ਨੂੰ ਪਰਿਭਾਸ਼ਿਤ ਕਰੇਗਾ। ਇਹ ਕੰਪਲੈਕਸ ਹੋ ਸਕਦਾ ਹੈ ਕਿਉਂਕਿ A ਅਤੇ B ਸਿਧਾਂਤ ਵਿੱਚ ਕੰਪਲੈਕਸ ਕੋਐਫੀਸ਼ੀਐਂਟ ਹੋ ਸਕਦੇ ਹਨ। ਇਸ ਉਦਾਹਰਣ ਤੋਂ ਇਹ ਸਪਸ਼ਟ ਹੈ ਕਿ ਜਦੋਂ ਵੀ ਤੁਹਾਨੂੰ ਕਿਸੇ ਵੀ ਕੇਟ ਲਈ ਡਿਊਲ ਵੈਕਟਰ ਲਿਖਣਾ ਪੈਂਦਾ ਹੈ, ਤੁਹਾਨੂੰ ਇਹ ਕਰਨ ਦੀ ਲੋੜ ਹੈ ਕਿ ਕੋਐਫੀਸ਼ੀਐਂਟ ਕੋਈ ਵੀ ਸਕੇਲਰ ਕੇਟ ਨੂੰ ਗੁਣਾ ਕਰਦਾ ਹੈ। ਜੇਕਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਡਿਊਲ ਵੈਕਟਰ ਕੀ ਹੈ, ਜੇ ਤੁਹਾਡੇ ਕੋਲ ਵੈਕਟਰ ਸਾਈ ਹੈ ਅਤੇ ਮੈਂ ਇੱਕ ਸਕੇਲਰ ਨੂੰ ਮਲਟੀਪਲਾਈ ਕਰਦਾ ਹਾਂ ਅਤੇ ਇਸ ਵੈਕਟਰ ਨੂੰ ਕਿਸੇ ਫਾਈ ਤੇ ਕਹਿੰਦਾ ਹਾਂ, ਤਾਂ ਇਹ ਕੀ ਹੈ? ਇੱਕ ਸਟਾਰ ਸਾਈ ਹੋਵੇਗਾ। ਤੁਸੀਂ ਇਸ ਨੂੰ ਇਸ ਪਾਸੇ ਜਾਂ ਉਸ ਪਾਸੇ ਪੜ੍ਹ ਸਕਦੇ ਹੋ। ਇਹ ਸਿਰਫ ਇੱਕ ਸੰਖਿਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਗਲਤੀ ਕਰਦੇ ਹਨ। ਮਕੈਨੀਕਲ ਤੌਰ ਤੇ ਜਦੋਂ ਉਹ ਡਿਊਲ ਵੈਕਟਰ ਲਿਖਦੇ ਹਨ, ਤਾਂ ਉਹ ਗੁਣਾਂਕਾਂ ਦਾ ਕੰਪਲੈਕਸ ਕੰਜੂਗੇਟ ਨਹੀਂ ਕਰਦੇ। ਕਿਰਪਾ ਕਰਕੇ ਯਾਦ ਰੱਖੋ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਕਈ ਵਾਰ ਨਿਰੀਖਣਯੋਗ ਰਾਸ਼ੀ ਜਿਸ ਦਾ ਤੁਸੀਂ ਮੁਲਾਂਕਣ ਕਰੋਗੇ, ਕੰਪਲੈਕਸ ਹੋ ਜਾਵੇਗੀ। ਤੁਸੀਂ ਨਹੀਂ ਚਾਹੁੰਦੇ ਕਿ ਅਜਿਹਾ ਹੋਵੇ। ਇਸ ਲਈ ਜਦੋਂ ਤੁਸੀਂ ਰੀਅਲ ਸਪੈਸ਼ ਵਿੱਚ ਇੱਕ ਡਿਊਲ ਵੈਕਟਰ ਸਪੈਸ਼ ਵਿੱਚ ਜਾਂਦੇ ਹੋ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਜਦੋਂ ਤੁਸੀਂ ਆਪਣਾ 3 ਡਾਇਮੈਂਸ਼ਨਲ R3 ਕਰਦੇ ਹੋ, ਤਾਂ ਕੋਈ ਸਮੱਸਿਆ ਨਹੀਂ ਸੀ। ਪਰ ਜੇਕਰ ਤੁਸੀਂ ਕੰਪਲੈਕਸ ਵੈਕਟਰ ਸਪੈਸ਼ ਕਰ ਰਹੇ ਹੋ, ਜੋ ਤੁਹਾਡੀਆਂ ਸਾਰੀਆਂ ਕੁਆਂਟਮ ਮਕੈਨਿਕਸ ਸਮੱਸਿਆਵਾਂ ਵਿੱਚ ਵਾਪਰਦਾ ਹੈ। ਇਸ ਲਈ ਮੈਂ 2 ਡਾਇਮੈਂਸ਼ਨਲ ਵੈਕਟਰ ਸਪੈਸ਼ ਦੀ ਇੱਕ ਸਰਲ ਉਦਾਹਰਣ ਲਈ ਹੈ। ਅਤੇ 2 ਡਾਇਮੈਂਸ਼ਨਲ ਵੈਕਟਰ ਸਪੈਸ਼ ਵੀ ਕੁਦਰਤੀ ਤੌਰ ਤੇ ਕੁਆਂਟਮ ਮਕੈਨੀਕਲ ਸਿਸਟਮ ਵਿੱਚ ਦਿਖਾਈ ਦਿੰਦਾ ਹੈ। ਇਸ ਲਈ ਤੁਹਾਡੇ ਕੋਲ ਇੱਕ ਵੈਕਟਰ ਸਪੈਸ਼ ਹੈ। ਅਤੇ ਅਜਿਹੀਆਂ ਸਟੇਟਸ ਲਈ ਜਦੋਂ ਮੈਨੂੰ ਡਿਊਲ ਵੈਕਟਰ ਪਤਾ ਕਰਨਾ ਪੈਂਦਾ ਹੈ, ਮੈਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਐਫੀਸ਼ੀਐਂਟ ਜੋ ਇਸ ਨੂੰ ਮਲਟੀਪਲਾਈ ਕਰਦੇ ਹਨ ਉਹ ਕੰਪਲੈਕਸ ਕੰਜੂਗੇਟ ਹੋਣੇ
ਚਾਹੀਦੇ ਹਨ ਅਤੇ ਜੋ ਵੀ ਇਹ ਕੇਟ ਹੈ, ਮੈਨੂੰ ਲਿਖਣਾ ਪਵੇਗਾ ਉਹ ਬ੍ਰੈਕਟ ਹੈ। ਇਸ ਲਈ ਬਾਕਾਇਦਾ ਅਸੀਂ ਵੈਕਟਰ ਸਪੇਸ ਐਬਸਟਰੈਕਟ ਲੀਨੀਅਰ ਵੈਕਟਰ ਸਪੇਸ ਦੇ ਨਾਲ ਇੱਕ ਐਬਸਟਰੈਕਟ ਵਿੱਚ ਲਿਖਾਂਗੇ। ਅਸੀਂ ਕਹਾਂਗੇ ਕਿ ਸਾਡੇ ਕੋਲ ਇੱਕ ਸੈੱਟ ਹੈ ਜੋ ਇੱਕ ਬੇਸਿਸ ਸੈੱਟ ਹੈ ਜਿਸ ਵਿਸ਼ੇਸ਼ਤਾ ਨਾਲ phi I, phi j, delta ij ਹੋਵੇਗਾ ਤਾਂ ਜੋ ਇਸ ਨੂੰ ਔਰਥੋਨੋਰਮਲ ਬੇਸਿਸ ਸੈੱਟ ਬਣਾਇਆ ਜਾ ਸਕੇ। ਇਸ ਲਈ ਹੁਣ ਬੇਸਿਸ ਸੈੱਟ ਦੁਆਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪੂਰੀ ਸਪੇਸ ਵਿੱਚ ਫੈਲਿਆ ਹੋਇਆ ਹੈ ਅਤੇ ਉਹ ਰੇਖਿਕ ਇੰਡੀਪੈਂਡੈਂਟ ਹਨ। ਅਤੇ ਇੱਕ ਵਾਰ ਜਦੋਂ ਮੈਂ ਕਹਾਂ ਕਿ ਇਹ ਔਰਥੋਨੋਰਮਲ ਹੈ ਤਾਂ ਇਹ ਇਸ ਕੰਡੀਸ਼ਨ ਨੂੰ ਸੰਤੁਸ਼ਟ ਕਰਦਾ ਹੈ। ਮੈਂ ਇਹ ਨਹੀਂ ਦੱਸਿਆ ਕਿ ਮੈਂ ਕਿੱਥੋਂ ਚੱਲ ਰਿਹਾ ਹਾਂ, ਇਸ ਲਈ ਮੈਂ 1 ਤੋਂ n ਤੱਕ ਮੁੱਲ ਲੈ ਸਕਦਾ ਹਾਂ, ਜਿੱਥੇ n ਆਰਬਿਟਰੀ ਹੋ ਸਕਦਾ ਹੈ। 3 ਜਾਂ 2 ਹੋਣ ਦੀ ਲੋੜ ਨਹੀਂ ਹੈ ਜਿਵੇਂ ਕਿ ਮੈਂ ਚਰਚਾ ਕਰ ਰਿਹਾ ਸੀ, ਅਤੇ n ਇਨਫਿਨਿਟੀ ਤੱਕ ਵੀ ਜਾ ਸਕਦਾ ਹੈ। ਤੁਹਾਡੇ ਕੋਲ ਇਨਫਾਈਨਾਈਟ ਡਾਇਮੈਂਸ਼ਨਲ ਵੈਕਟਰ ਸਪੇਸ ਹੈ। ਜੇਕਰ n ਫਾਈਨਾਈਟ ਹੈ ਤਾਂ ਇਹ ਇੱਕ n ਡਾਇਮੈਂਸ਼ਨਲ ਵੈਕਟਰ ਸਪੇਸ ਹੈ। ਇਸ ਵਿੱਚ ਇਨਫਾਈਨਾਈਟ ਡਾਇਮੈਂਸ਼ਨਲ ਵੈਕਟਰ ਸਪੇਸ ਹੋ ਸਕਦਾ ਹੈ। ਇੱਥੇ ਅਸੀਂ ਇਸ ਨੂੰ ਇੱਕ ਡਿਸਕ੍ਰੀਟਾਈਜ਼ਡ ਇੰਡੈਕਸ ਵਜੋਂ ਲਿਆ ਹੈ ਜੋ ਇੱਕ ਨਿਰੰਤਰਤਾ ਵੀ ਹੋ ਸਕਦੀ ਹੈ। ਇੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਇਸ ਲਈ ਤੁਹਾਡੇ ਕੋਲ ਵੈਕਟਰ ਸਪੇਸ ਦੀਆਂ ਸਾਰੀਆਂ ਕਿਸਮਾਂ ਹੋ ਸਕਦੀਆਂ ਹਨ ਪਰ ਇਸ ਵਿਸ਼ੇਸ਼ਤਾ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ। ਅਤੇ ਇਸ ਬੇਸਿਸ ਸੈੱਟ ਦਾ ਮਤਲਬ ਹੈ ਕੋਈ ਵੀ ਆਰਬਿਟਰੀ ਸਟੇਟ। ਤੁਸੀਂ ਇਸ ਨੂੰ ਸਮੇਸ਼ਨ ਓਵਰ ci phi I ਦੀਆਂ ਟਰਮਜ਼ ਵਿੱਚ ਲਿਖਣ ਦੇ ਯੋਗ ਹੋਵੋਗੇ। ਇਹ ਕਹਿਣ ਦਾ ਮਤਲਬ ਹੈ ਕਿ ਇਹ ਸਪੇਸ ਨੂੰ ਫੈਲਾਉਂਦਾ ਹੈ। ਤੁਸੀਂ ਉਸ ਦੀਆਂ ਟਰਮਜ਼ ਵਿੱਚ ਕੋਈ ਵੀ ਆਰਬਿਟਰੀ ਸਟੇਟ ਲਿਖ ਸਕਦੇ ਹੋ। ਅਤੇ ਇਹ ਦੋ ਸ਼ਰਤਾਂ ਕਿਸੇ ਵੀ ਐਬਸਟਰੈਕਟ ਸਪੇਸ ਨੂੰ ਦੇਖਣ ਲਈ ਕਾਫੀ ਹੋਣਗੀਆਂ। ਇਸ ਲਈ ਫਿਰ ਇਹ ਮੇਰੇ ਲਈ ਇੱਕ ਛੋਟੀ ਜਿਹੀ ਚੀਜ਼ ਲਿਆਉਂਦਾ ਹੈ ਜੋ ਮੈਂ ਲੈਕਚਰ ਦੇ ਸ਼ੁਰੂ ਵਿੱਚ ਤੁਹਾਡੇ ਸਾਰਿਆਂ ਤੋਂ ਸੁਣੀ ਸੀ ਜੋ ਤੁਸੀਂ ਗ੍ਰਾਮ ਸ਼ਮਿਟ ਔਰਥੋਗੋਨਾਈਜੇਸ਼ਨ ਕੀਤੀ ਹੈ। ਇਸ ਲਈ ਆਓ ਇਸ ਨੋਟੇਸ਼ਨ ਵਿੱਚ ਗ੍ਰਾਮ ਸ਼ਮਿਟ ਔਰਥੋਗੋਨਲਾਈਜੇਸ਼ਨ ਤੇ ਜਾਈਏ। ਇਸ ਲਈ ਇਹ ਆਧਾਰ ਬਿਆਨ ਕਰਦਾ ਹੈ ਕਿ ਸਾਡੇ ਕੋਲ ਜੋ ਔਰਥੋਨੋਰਮਲ ਸੈੱਟ ਹੈ, ਪਰ ਆਮ ਤੌਰ ਤੇ ਤੁਹਾਨੂੰ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਵਿੱਚ ਦਿੱਤਾ ਸੀ। ਮੈਂ ਤੁਹਾਨੂੰ ਇੱਕ ਸਰਲ ਉਦਾਹਰਨ ਦਿੱਤੀ ਹੈ ਜੋ ਗੈਰ ਔਰਥੋਨੋਰਮਲ ਸੀ ਪਰ ਫਿਰ ਵੀ ਇੱਕ ਬੇਸਿਸ ਸੈੱਟ ਸੀ। ਮੇਰੇ ਕੋਲ ਇੱਕ EX ਪਲਸ EY ਅਤੇ ਫਿਰ EX ਪਲਸ EY ਪਲਸ EZ ਸੀ। ਤੁਸੀਂ ਉਹਨਾਂ ਨੂੰ ਨਾਰਮਲਾਈਜ਼ ਕਰ ਸਕਦੇ ਹੋ। ਇਹ 3 ਡਾਇਮੈਂਸ਼ਨਲ ਰੀਅਲ ਸਪੇਸ ਵਿੱਚ ਇੱਕ ਬੇਸਿਸ ਸੈੱਟ ਹੈ ਜੋ ਸਪੇਸ ਵਿੱਚ ਫੈਲਦਾ ਹੈ, ਪਰ ਇਹ ਗੈਰ ਔਰਥੋਗੋਨਲ ਹੈ। ਅਤੇ ਤੁਸੀਂ ਔਰਥੋਗੋਨਲ ਸੈੱਟ ਨੂੰ ਕਿਵੇਂ ਲੱਭਦੇ ਹੋ? ਤਾਂ ਇਹ ਔਰਥੋਗੋਨਲ ਬੇਸਿਸ ਨਹੀਂ ਹੈ। ਤੁਸੀਂ ਉਪਰੋਕਤ ਸੈੱਟ ਤੋਂ ਔਰਥੋਗੋਨਲ ਬੇਸਿਸ ਕਿਵੇਂ ਪਤਾ ਕਰਦੇ ਹੋ? ਇਹ ਤੁਸੀਂ ਜਾਣਦੇ ਹੋ। ਤੁਸੀਂ ਪਹਿਲਾਂ ਆਪਣੀ ਪਹਿਲੀ ਸਟੇਟ phi 1 ਨੂੰ EX ਦੇ ਬਰਾਬਰ ਪਰਿਭਾਸ਼ਿਤ ਕਰਦੇ ਹੋ ਅਤੇ ਫਿਰ ਤੁਸੀਂ phi 2 ਨੂੰ ਕਿਵੇਂ ਪਤਾ ਕਰਦੇ ਹੋ? ਤੁਸੀਂ ਕੀ ਕਰਦੇ ਹੋ? ਤੁਸੀਂ ਦੂਜੀ ਸਟੇਟ ਲੈਂਦੇ ਹੋ, ਫਿਰ ਘਟਾਉਂਦੇ ਹੋ। ਆਓ ਇਸ ਨੂੰ ਇਸ ਵਿੱਚ ਲਈਏ। ਤੁਹਾਡੇ ਕੋਲ ਇਹ ਸਥਿਤੀ ਹੈ। ਪਹਿਲਾ ਬੇਸਿਸ ਮੈਂ ਇਸ ਨੂੰ EX ਹੋਣ ਲਈ ਲਿਆ ਹੈ। ਦੂਜਾ ਪਹਿਲੇ ਨਾਲ 45 ਡਿਗਰੀ ਕੋਣ ਬਣਾ ਰਿਹਾ ਹੈ, ਪਰ ਮੈਂ ਇਸ ਨੂੰ ਔਰਥੋਗੋਨਲ ਬਣਾਉਣਾ ਚਾਹੁੰਦਾ ਹਾਂ। ਮੈਂ ਇਸ ਨੂੰ ਔਰਥੋਗੋਨਲ ਕਿਵੇਂ ਕਰਾਂ?
ਉਸ ਵੈਕਟਰ ਦੇ ਪ੍ਰੋਜੈਕਸ਼ਨਾਂ ਨੂੰ ਇਸ ਦਿਸ਼ਾ ਵਿੱਚ ਲਓ। ਘਟਾਓ ਅਤੇ ਜੋ ਤੁਹਾਨੂੰ ਮਿਲਦਾ ਹੈ ਉਹ ਇਹ ਖੰਡ ਹੋਵੇਗਾ। ਇਸ ਲਈ ਆਓ ਇਸ ਨੋਟੇਸ਼ਨ ਵਿੱਚ ਇਹ ਲਿਖੀਏ। ਇਸ ਲਈ ਮੰਨ ਲਓ ਕਿ ਮੈਂ ਇਸ ਨੂੰ ਸਾਈ 1 ਕਹਿੰਦਾ ਹਾਂ, ਇਸ ਨੂੰ ਸਾਈ 2, ਇਸ ਨੂੰ ਸਾਈ 3 ਕਹਿੰਦਾ ਹਾਂ, ਫਾਈ 2, ਸਾਈ 2 ਮਾਈਨਸ ਪ੍ਰੋਜੈਕਸ਼ਨ ਹੋਵੇਗਾ। ਜੋ ਤੁਹਾਨੂੰ ਕਰਨਾ ਹੈ, ਤੁਸੀਂ ਸਾਈ 2 ਨਾਲ ਕਰੋਗੇ ਅਤੇ ਇਸ ਨੂੰ ਫਾਈ 1 ਦੇ ਨਾਲ ਲੈ ਜਾਓਗੇ। ਕੀ ਇਹ ਸਰਲ ਹੋ ਜਾਵੇਗਾ? ਨਹੀਂ ਹੋ ਸਕਦਾ। ਜੋ ਵੀ ਅੰਸ਼ ਹੈ, ਮੈਨੂੰ ਇਸ ਨੂੰ ਯੂਨਿਟ ਵੈਕਟਰ ਦੀ ਤਰ੍ਹਾਂ ਕਹਿਣ ਲਈ ਇਸ ਦਾ ਮਾਪ ਲੈਣਾ ਪਵੇਗਾ। ਇਸ ਲਈ ਇਹ ਜੋ ਵੀ ਤੁਸੀਂ ਇੱਥੇ ਪਤਾ ਕਰਦੇ ਹੋ, ਉਸ ਨੂੰ ਅੰਸ਼ ਸਥਿਤੀ ਦੇ ਮਾਪ ਦੁਆਰਾ ਡਿਵਾਈਡ ਕਰੋ। ਨਾ ਕਿ ਇਸ ਨੂੰ ਲਿਖੋ, ਪਰ ਤੁਸੀਂ ਸਮਝ ਗਏ ਹੋ ਕਿ ਮੇਰਾ ਕੀ ਮਤਲਬ ਹੈ। ਆਓ ਇਸ ਸਥਿਤੀ ਲਈ ਇਹ ਕਰੀਏ। ਫਾਈ 2 ex ਪਲਸ ey ਵਟਾ ਰੂਟ 2 ਹੈ। ਤੁਸੀਂ ex ਦੇ ਨਾਲ ਇੱਕ ਡਾਟ ਪ੍ਰੋਡਕਟ ਲੈਂਦੇ ਹੋ ਅਤੇ ਫਿਰ ਇਹ ex ਹੈ। ex ਦੇ ਨਾਲ ਡਾਟ ਪ੍ਰੋਡਕਟ ਤੁਹਾਨੂੰ 1 ਵਟਾ ਰੂਟ 2 ਦੇਵੇਗਾ ਅਤੇ ਫਿਰ ਇਹ ex ਹੈ। ex ਪਲਸ ey ਵਟਾ ਰੂਟ 2 ਮਾਈਨਸ ex ਵਟਾ ਰੂਟ 2 ey ਵਟਾ ਰੂਟ 2 ਬਣ ਜਾਵੇਗਾ। ਮਾਪ ਫਿਰ 1 ਵਟਾ ਰੂਟ 2 ਹੈ। ਤਾਂ ਤੁਹਾਨੂੰ ਇੱਥੇ ਕੀ ਮਿਲੇਗਾ? ey। ਇਸ ਲਈ ਇਹ ਕੇਟ ਡੀਰਾਕ ਬ੍ਰੇਕੇਟ ਨੋਟੇਸ਼ਨ ਵਿੱਚ ਲਿਖਿਆ ਗਿਆ ਗ੍ਰਾਮ ਸ਼ਮਿਟ ਔਰਥੋਗੋਨਲਾਈਜੇਸ਼ਨ ਹੈ। ਅਤੇ n ਉਹ ਚੀਜ਼ ਹੈ ਜੋ ਤੁਸੀਂ ਇੱਥੇ ਦੇਖ ਸਕਦੇ ਹੋ। ਤੁਸੀਂ ਫਾਈ 3 ਕਿਵੇਂ ਕਰਦੇ ਹੋ? ਤੁਹਾਨੂੰ ਲੈਣ ਦੀ ਲੋੜ ਹੈ। ਫਾਈ 1 ਦੇ ਨਾਲ ਕੰਪੋਨੈਂਟ 2 ਦੇ ਨਾਲ ਕੰਪੋਨੈਂਟ ਨੂੰ ਘਟਾਓ ਅਤੇ ਫਿਰ ਉਸ ਅੰਸ਼ ਨੂੰ ਨਾਰਮਲਾਈਜ਼ ਕਰੋ ਅਤੇ ਇਹ ਤੁਹਾਨੂੰ ਫਾਈ 3 ਦੇਵੇਗਾ। ਤਾਂ ਆਓ ਇਸ ਨੂੰ ਲਿਖੀਏ। ਫਾਈ 3 ਨੂੰ ਸਾਈ 3 ਫਾਈ 1 ਮਾਈਨਸ ਫਾਈ 2 ਨਾਲ ਸਾਈ 3 ਫਾਈ 2 ਦੇ ਨਾਲ ਸਾਈ 3 ਮਾਈਨਸ ਫਾਈ 1 ਬਣਨ ਲਈ ਲਓ ਅਤੇ ਫਿਰ ਤੁਹਾਡੇ ਕੋਲ ਜੋ ਵੀ ਇਹ ਅੰਸ਼ ਹੈ ਉਹ ਹੈ ਜੋ ਮਾਪ ਲਿਆ ਜਾਣਾ ਚਾਹੀਦਾ ਹੈ ਅਤੇ ਇਹ ਤੁਹਾਡੀ ਵਿਸ਼ੇਸ਼ ਉਦਾਹਰਣ ਵਿੱਚ z ਵਜੋਂ ਸਾਬਿਤ ਹੋਵੇਗਾ। ਇਸ ਲਈ ਅਸੀਂ ਤਿੰਨਾਂ ਬੇਸਿਸ ਵੈਕਟਰਾਂ ਨੂੰ ਪਤਾ ਕਰਨ ਲਈ ਇਹ ਗ੍ਰਾਮ ਸ਼ਮਿਟ ਔਰਥੋਗੋਨਲਾਈਜੇਸ਼ਨ ਕਰ ਸਕਦੇ ਹਾਂ। ਅਸੀਂ ਅਗਲੇ ਲੈਕਚਰ ਵਿੱਚ ਇੱਥੋਂ ਕੰਟੀਨਿਊ ਰੱਖਾਂਗੇ। ਹੌਲੀ-ਹੌਲੀ ਆਪਰੇਟਰਾਂ, ਲੀਨੀਅਰ ਆਪਰੇਟਰਾਂ ਆਦਿ ਨੂੰ ਪੇਸ਼ ਕਰਾਂਗੇ ਅਤੇ ਫਿਰ ਅਸੀਂ ਦੇਖਾਂਗੇ ਕਿ ਇਸ ਨੋਟੇਸ਼ਨ ਦੀ ਸ਼ਾਨਦਾਰ ਪਾਲਣਾ ਕਿਵੇਂ ਕਰਨੀ ਹੈ।